ਮੰਨ ਲਓ ਕਿ ਇੱਕ ਕੈਪੈਸਿਟਰ ਨੂੰ AC ਸੋਰਸ ਨਾਲ ਜੋੜਿਆ ਗਿਆ ਹੈ। ਕਰੰਟ ਅਤੇ ਵੋਲਟੇਜ ਨੂੰ ਮਾਪਣ ਲਈ ਸਰਕਟ ਵਿੱਚ ਐਮੀਟਰ ਅਤੇ ਵੋਲਟਮੀਟਰ ਵੀ ਜੋੜਿਆ ਗਿਆ ਹੈ। ਇੰਸਟੈਂਟੇਨੀਅਸ EMF E ਕਿਸੇ ਸਮੇਂ t ਤੇ ਸਮੀਕਰਨ E E naught sin omega t ਦੇ ਮੁਤਾਬਕ ਬਦਲਦੀ ਰਹੇਗੀ। ਇੱਥੇ E naught ਪੀਕ ਵੋਲਟੇਜ ਹੈ। ਵੋਲਟੇਜ ਦੇ ਬਦਲਣ ਨਾਲ ਕਰੰਟ ਵੀ ਬਦਲਦਾ ਹੈ। ਜੇ ਕਰੰਟ I ਸਰਕਟ ਵਿੱਚੋਂ ਫਲੋ ਕਰਦਾ ਹੋਵੇ ਅਤੇ Q ਉਸੇ ਸਮੇਂ ਕੈਪੈਸਿਟਰ ਦਾ ਚਾਰਜ ਹੋਵੇ ਤਾਂ Q C E naught sin omega t। ਇੱਥੇ ਕਿਸੇ ਸਮੇਂ ਵਿੱਚ ਸਰਕਟ ਵਿੱਚ ਫਲੋ ਕਰ ਰਿਹਾ ਕਰੰਟ I naught sin of omega t plus pi by 2 ਹੈ, ਜੋ ਕਿ ਡਾਟਡ ਕਰਵ ਦੁਆਰਾ ਸ਼ੋ ਕੀਤਾ ਗਿਆ ਹੈ। ਜਦੋਂ AC ਕੈਪੈਸਿਟਰ ਰਾਹੀਂ ਫਲੋ ਕਰਦਾ ਹੈ ਤਾਂ ਇਸ ਅਨੁਸਾਰ ਆਲਟਰਨੇਟਿੰਗ ਕਰੰਟ EMF ਨੂੰ ਫੇਜ਼ ਐਂਗਲ pi by 2 ਨਾਲ ਲੀਡ ਕਰਦਾ ਹੈ, ਜਾਂ EMF ਕਰੰਟ ਤੋਂ ਫੇਜ਼ ਐਂਗਲ pi by 2 ਨਾਲ ਪਿੱਛੇ ਰਹਿੰਦਾ ਹੈ। ਫੇਜ਼ਰ ਜੋ ਕਿ E ਨੂੰ ਸ਼ੋ ਕਰ ਰਿਹਾ ਹੈ ਨੂੰ ਇਸ ਤਰ੍ਹਾਂ ਡਰਾ ਕੀਤਾ ਗਿਆ ਹੈ ਤਾਂ ਕਿ ਐਂਟੀ ਕਲੌਕਵਾਈਜ਼ ਡਾਇਰੈਕਸ਼ਨ ਵਿੱਚ OX ਦੇ ਨਾਲ ਐਂਗਲ ਓਮੇਗਾ t ਬਣ ਸਕੇ। ਜਦੋਂ ਕਰੰਟ EMF ਨੂੰ ਫੇਜ਼ ਐਂਗਲ pi by 2 ਨਾਲ ਲੀਡ ਕਰਦਾ ਹੈ ਤਾਂ I ਨੂੰ ਇਸ ਤਰ੍ਹਾਂ ਡਰਾ ਕੀਤਾ ਜਾਂਦਾ ਹੈ ਤਾਂ ਕਿ ਐਂਟੀ ਕਲੌਕਵਾਈਜ਼ ਡਾਇਰੈਕਸ਼ਨ ਵਿੱਚ E ਦੇ ਨਾਲ ਐਂਗਲ ਓਮੇਗਾ t ਬਣ ਸਕੇ। Now we are going to learn the nature of alternating current passing through the inductor, capacitor and resistor series combination circuit. For this, let us watch the video carefully. ਮੰਨ ਲਓ ਕਿ ਇੰਡਕਟਰ ਆਫ ਇੰਡਕਟੈਂਸ L, ਕੈਪੈਸਿਟਰ ਆਫ ਕੈਪੈਸਿਟੈਂਸ C ਅਤੇ ਰੈਜ਼ਿਸਟਰ ਆਫ ਰੈਜ਼ਿਸਟੈਂਸ R ਦੇ ਕੰਬੀਨੇਸ਼ਨ ਵਾਲੇ ਇੱਕ ਸੀਰੀਜ਼ ਸਰਕਟ ਵਿੱਚ ਆਲਟਰਨੇਟਿੰਗ EMF ਦੇ ਇੱਕ ਸੋਰਸ ਨੂੰ ਜੋੜਿਆ ਗਿਆ ਹੈ। ਮੰਨ ਲਓ ਕਿਸੇ ਸਮੇਂ ਵਿੱਚ LCR ਸੀਰੀਜ਼ ਸਰਕਟ ਵਿੱਚ EMF ਅਤੇ ਕਰੰਟ ਦੀ ਵੈਲਿਊ E ਅਤੇ I ਹੈ ਅਤੇ VL, VC ਅਤੇ VR ਇੰਡਕਟਰ L, ਕੈਪੈਸਿਟਰ C ਅਤੇ ਰੈਜ਼ਿਸਟਰ R ਵਿੱਚ ਵੋਲਟੇਜ ਦੀ ਕ੍ਰਮਵਾਰ ਇੰਸਟੈਂਟੇਨੀਅਸ ਵੈਲਿਊਜ਼ ਹੈ, ਜੋ ਕਿ VL ਇਕੁਅਲ ਹੈ I into XL, VC ਇਕੁਅਲ ਹੈ I into XC ਅਤੇ VR ਇਕੁਅਲ ਹੈ I into R ਦੇ। ਇੱਥੇ XL ਇਕੁਅਲ ਓਮੇਗਾ into L ਅਤੇ XC ਇਕੁਅਲ 1/ω_C ਰੈਜ਼ਿਸਟਰ, ਇੰਡਕਟਰ ਅਤੇ ਕੈਪੈਸਿਟਰ ਦੇ ਕਾਰਨ ਹੈ। ਜਦੋਂ ਆਲਟਰਨੇਟਿੰਗ ਕਰੰਟ ਇੱਕ ਰੈਜ਼ਿਸਟਰ ਵਿੱਚ ਫਲੋ ਕਰਦਾ ਹੈ ਤਾਂ ਵੋਲਟੇਜ ਅਤੇ ਕਰੰਟ ਇੱਕ ਫੇਜ਼ ਵਿੱਚ ਹੁੰਦੇ ਹਨ। ਇਸੇ ਤਰ੍ਹਾਂ ਫੇਜ਼ਰਸ VR ਜੋ ਕਿ R ਵਿੱਚ ਵੋਲਟੇਜ ਹੈ ਅਤੇ I ਜੋ ਕਿ R ਵਿੱਚ ਕਰੰਟ ਹੈ ਨੂੰ OX ਦੇ ਨਾਲ ਸ਼ੋ ਕੀਤਾ ਗਿਆ ਹੈ। ਜਦੋਂ ਆਲਟਰਨੇਟਿੰਗ ਕਰੰਟ ਇੱਕ ਇੰਡਕਟਰ ਵਿੱਚ ਫਲੋ ਕਰਦਾ ਹੈ ਤਾਂ ਵੋਲਟੇਜ ਫੇਜ਼ ਐਂਗਲ pi by 2 ਨਾਲ ਕਰੰਟ ਨੂੰ ਲੀਡ ਕਰਦੀ ਹੈ, ਕਿਉਂਕਿ ਇੰਡਕਟੈਂਸ L ਵਿੱਚ ਕਰੰਟ ਵੀ I ਹੈ ਅਤੇ ਇਸ ਨੂੰ OX ਦੇ ਨਾਲ ਸ਼ੋ ਕੀਤਾ ਗਿਆ ਹੈ। ਫੇਜ਼ਰ VL ਜੋ ਕਿ L ਵਿੱਚ ਵੋਲਟੇਜ ਹੈ I ਨੂੰ ਫੇਜ਼ ਐਂਗਲ pi by 2 ਨਾਲ ਲੀਡ ਕਰ ਰਿਹਾ ਹੈ ਨੂੰ OY ਨਾਲ ਸ਼ੋ ਕੀਤਾ ਗਿਆ ਹੈ। ਲਾਸਟ ਵਿੱਚ ਜਦੋਂ ਆਲਟਰਨੇਟਿੰਗ ਕਰੰਟ ਇੱਕ ਕੈਪੈਸਿਟਰ ਵਿੱਚ ਫਲੋ ਕਰਦਾ ਹੈ ਤਾਂ ਕਰੰਟ ਵੋਲਟੇਜ ਨੂੰ ਫੇਜ਼ ਐਂਗਲ pi by 2 ਨਾਲ ਲੀਡ ਕਰਦਾ ਹੈ। ਕਿਉਂਕਿ ਕੈਪੈਸਿਟਰ C ਵਿੱਚ ਕਰੰਟ ਵੀ I ਹੈ ਅਤੇ ਇਸ ਨੂੰ OX ਦੇ ਨਾਲ ਸ਼ੋ ਕੀਤਾ ਗਿਆ ਹੈ। ਫੇਜ਼ਰ VC ਜੋ ਕਿ C ਵਿੱਚ ਵੋਲਟੇਜ ਹੈ, ਕਰੰਟ I ਤੋਂ
ਫੇਜ਼ ਐਂਗਲ π/2 ਨਾਲ ਪਿੱਛੇ ਰਹਿੰਦੀ ਹੈ ਅਤੇ ਇਸ ਨੂੰ OY' ਨਾਲ ਸ਼ੋ ਕੀਤਾ ਗਿਆ ਹੈ। Suppose that OA, OB and OC represents magnitudes of the phasor VR, VL and VC respectively. In case VL is greater than VC, that is, voltage across inductor L is greater than voltage across capacitor C, then VL minus VC is the resultant of VL and VC. Also, here OE is the resultant of OA and OD represents E. Thus, from right-angled triangle OAE, we have OE is equal to under root OA square plus AE square, which is equal to under root OA square plus OD square. Here, we have OE is equal to E, OA is equal to VR and OD is equal to VL minus VC. Substituting the value of OE, OA and OD in the given expression, we get E is equal to under root VR square plus VL minus VC whole square, as